ਸਾਰੇ ਭੈਣ ਭਰਾਵਾਂ ਤੇ ਬੱਚਿਆਂ ਨੂੰ ਪਿਆਰ ਸਾਹਿਤ ਸਤਿ ਸ੍ਰੀ ਅਕਾਲ। ਮੇਰਾ ਨਾਮ ਮਨਦੀਪ ਕੌਰ ਔਲਖ ਹੈ। ਹੁਣ ਮੈਂ ਤੁਹਾਨੂੰ ਕਰਤਾਰ ਸਿੰਘ ਔਲਖ ਦੁਆਰਾ ਲਿਖੀ ਗਈ ਕਿਤਾਬ ਰਾਈ ਦੇ ਪਹਾੜ ਦਾ ਸੱਚ ਭਾਗ ਪਹਿਲਾ ਦੀ ਅਗਲੀ ਕਿਸ਼ਤ ਸੁਣਾਉਣ ਜਾ ਰਹੀ ਹਾਂ। ਗੁਰੂ ਜੀ ਨੇ ਉਪਦੇਸ਼ ਦਿੱਤਾ ਕਿ ਤੁਸੀਂ ਸਾਰੇ ਮੇਰੇ ਕੋਲੋਂ ਇੱਕ ਇੱਕ ਕੋਰਾ ਕਾਗਜ਼ ਤੇ ਇੱਕ ਇੱਕ ਕਲਮ ਲੈ ਲਵੋ। ਜਦੋਂ ਤੁਸੀਂ ਝੂਠ ਬੋਲੋਗੇ ਜਾਂ ਕਿਸੇ ਨਾਲ ਠੱਗੀ ਠੋਰੀ ਕਰੋਗੇ ਜਾਂ ਕੁਝ ਵੀ ਗਲਤ ਕਰੋਗੇ ਤਾਂ ਉਸੇ ਵੇਲੇ ਨਾਲ ਹੀ ਇਸ ਕੋਰੇ ਕਾਗਜ਼ ਉੱਪਰ ਲਿਖ ਦੇਣਾ। ਪੂਰੇ ਦਿਨ ਦੀ ਝੂਠਾਂ ਦੀ ਲਿਸਟ ਕੱਲ ਨੂੰ ਮੇਰੇ ਇਸ ਦੀਵਾਨ ਵਿੱਚ ਸੰਗਤਾਂ ਦੇ ਸਾਹਮਣੇ ਉੱਠ ਕਰ ਇਕੱਲੇ ਪੜ੍ਹ ਕਰ ਦੱਸਣਾ। ਨਾਲੇ ਇਹ ਵੀ ਦੱਸਣਾ ਕਿ ਕਿੰਨੇ ਸਭ ਤੋਂ ਜ਼ਿਆਦਾ ਝੂਠ ਬੋਲਿਆ ਜਾਂ ਕਿਸੇ ਨੂੰ ਧੋਖਾ ਦੇ ਕਰ ਆਪਣਾ ਕੰਮ ਧੰਦਾ ਕੀਤਾ ਹੈ। ਦੂਸਰੇ ਦਿਨ ਜਿਹੜੀ ਖੜੀ ਹੋਈ ਸੰਗਤ ਜਦੋਂ ਆਪਣੇ ਆਪਣੇ ਕੰਮਾਂ ਕਾਰਾਂ ਤੇ ਚਲੇ ਗਈ ਤਾਂ ਜਿੰਨੇ ਝੂਠ ਬੋਲ ਕੇ ਧੰਦਾ ਕਰਨ ਵਾਲੇ ਸਨ ਉਹਨਾਂ ਸਾਰਿਆਂ ਨੇ ਸੋਚਿਆ ਕਿ ਜੇਕਰ ਅਸੀਂ ਝੂਠ ਬੋਲ ਕਰ ਧੰਦਾ ਕੀਤਾ ਤੇ ਫਿਰ ਉਸ ਨੂੰ ਕੋਰੇ ਕਾਗਜ਼ ਉੱਪਰ ਕਲਮ ਨਾਲ ਲਿਖਿਆ ਅਤੇ ਫਿਰ ਸਾਰੇ ਦਿਨ ਦੀ ਲੰਬੀ ਲਿਸਟ ਬਣ ਜਾਵੇਗੀ ਤਾਂ ਫਿਰ ਦੂਸਰੇ ਦਿਨ ਗੁਰੂ ਜੀ ਦੇ ਦੀਵਾਨ ਵਿੱਚ ਸਾਰੀਆਂ ਸੰਗਤਾਂ ਦੇ ਸਾਹਮਣੇ ਪੜਾਂਗੇ ਤਾਂ ਸਾਡੀ ਸਾਰਿਆਂ ਦੀ ਬਹੁਤ ਬੇਇੱਜ਼ਤੀ ਹੋਵੇਗੀ ਅਤੇ ਸ਼ਰਮ ਨਾਲ ਸਾਡਾ ਸਿਰ ਝੁਕ ਜਾਵੇਗਾ। ਆਪ ਦੇਖੋ ਕਿ ਇੱਕ ਮਹਾਨ ਗੁਰੂ ਜੀ ਦੀ ਪਵਿੱਤਰ ਸੋਚ ਦੇ ਸਦਕਾ ਕਈ ਸਾਲਾਂ ਤੋਂ ਝੂਠ ਬੋਲ ਕਰ ਧੰਦਾ ਕਰਨ ਵਾਲਿਆਂ ਨੂੰ ਇੱਕ ਦਿਨ ਵਿੱਚ ਇੱਕ ਇੱਕ ਕੋਰਾ ਕਾਗਜ਼ ਤੇ ਇੱਕ ਇੱਕ ਕਲਮ ਦਾ ਸਦਕਾ ਸੰਗਤਾਂ ਨੂੰ ਸੱਚ ਦਾ ਮਾਰਗ ਦਿਖਾਇਆ। ਇੰਨੀ ਵੱਡੀ ਸੋਚ ਦੇ ਮਾਲਕ ਸਨ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਜਿਨ੍ਹਾਂ ਨੇ ਆਪਣੀ ਕਲਮ ਰਾਹੀਂ ਆਪਣੇ ਬਾਰੇ ਲਿਖਿਆ ਹੈ ਕਿ ਮੇਰੇ ਅਤੇ ਪਰਮ ਪਿਤਾ ਪਰਮਾਤਮਾ ਵਿੱਚ ਇੱਕ ਰੰਕਜ ਮਾਤਰ ਵੀ ਭੇਦ ਜਾਂ ਭਿੰਨ ਜਾਂ ਫਰਕ ਨਹੀਂ ਹੈ ਅਤੇ ਨਾ ਹੀ ਸਮਝਣਾ। ਇਹ ਛੋਟੀ ਜਿਹੀ ਸਾਖੀ ਸਾਨੂੰ ਸਾਰਿਆਂ ਨੂੰ ਉਪਦੇਸ਼ ਦੇ ਕਰ ਸਿੱਖਿਆ ਦੇ ਰਹੀ ਹੈ ਕਿ ਗੁਰੂ ਜੀ ਦੇ ਹੱਥੋਂ ਦਿੱਤਾ ਹੋਇਆ ਇੱਕ ਕੋਰਾ ਕਾਗਜ਼ ਕਿੰਨਾ ਸ਼ਕਤੀਸ਼ਾਲੀ ਹੈ ਤੇ ਕਿੰਨੀ ਵੱਡੀ ਕੀਮਤ ਰੱਖਦਾ ਹੈ। ਮੈਂ ਇਹ ਪਹਿਲੇ ਹੀ ਲਿਖ ਦਿੱਤਾ ਹੈ ਕਿ ਕੋਰੇ ਕਾਗਜ਼ ਨੂੰ ਪੜ੍ਹਨ ਵਾਸਤੇ ਬਹੁਤ ਪਵਿੱਤਰ ਬੁੱਧੀ ਦੀ ਜ਼ਰੂਰਤ ਹੁੰਦੀ ਹੈ, ਜਿਸ ਦੀ ਇੱਕ ਝਲਕ ਦਾ ਸਦਕਾ ਸਦੀਆਂ ਦੀ ਲੱਗੀ ਹੋਈ ਜਨਮਾਂ ਜਨਮਾਂ ਦੀ ਮੈਲ ਉਤਰ ਜਾਂਦੀ ਹੈ। ਇਹ ਤਾਂ ਮਹਾਨ ਗੁਰੂਆਂ ਦੀ ਮਹਾਨ ਅਤੇ ਪਵਿੱਤਰ ਇੱਕ ਛੋਟੀ ਜਿਹੀ ਰੋਸ਼ਨੀ ਦੀ ਕਿਰਨ ਹੈ, ਜਿਸ ਨਾਲ ਸਦੀਆਂ ਤੋਂ ਝੂਠ ਬੋਲਣ ਵਾਲੇ ਸੱਚ ਦੇ ਰਸਤੇ ਉੱਪਰ ਚੱਲ ਪਏ ਸਨ। ਦੂਜੇ ਪਾਸੇ ਮੌਜੂਦਾ ਸਿੱਖ ਆਗੂ ਜਾਂ ਜਥੇਬੰਦੀਆਂ ਜਾਂ ਸਿੱਖ ਸੰਗਤਾਂ ਜਿਨ੍ਹਾਂ ਦੀ ਖਾਤਰ 10 ਸਿੱਖ ਗੁਰੂ ਸਾਹਿਬਾਨ ਜਿਨ੍ਹਾਂ ਨੂੰ ਪਰਮ ਪਿਤਾ ਪਰਮਾਤਮਾ ਨੇ ਇਸ ਧਰਤੀ ਉੱਪਰ ਭੇਜ ਕਰ ਇੱਕ ਮਹਾਨ ਪਵਿੱਤਰ ਗੁਰੂ ਗ੍ਰੰਥ ਸਾਹਿਬ ਜੀ ਦੀ ਸਥਾਪਨਾ ਕਰਵਾ ਕੇ ਸਿੱਖ ਜਗਤ ਵਾਸਤੇ ਮਾਰਗ ਦਰਸ਼ਨ ਦਿਖਾਇਆ ਹੈ, ਜੋ ਕਿ 1430 ਪੰਨਿਆਂ ਉੱਪਰ ਅੰਕਿਤ ਹੈ, ਜਿਸ ਵਿੱਚ ਲਿਖਿਆ ਇੱਕ ਇੱਕ ਸੁਨਹਿਰੀ ਸ਼ਬਦ ਪਵਿੱਤਰ ਗੁਰੂ ਪਰਮ ਪਿਤਾ ਪਰਮਾਤਮਾ ਦੀ ਝਲਕ ਪੇਸ਼ ਕਰਦਾ ਹੈ। ਉਸ ਮਹਾਨ ਅਤੇ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹਨਾ ਤਾਂ ਇੱਕ ਬਹੁਤ ਵੱਡੀ ਦਾਤ ਹਾਸਲ ਕਰਨਾ ਹੈ। ਜਿਹੜਾ ਮਨੁੱਖ ਜਾਂ ਇਨਸਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦਾਂ ਦੀ ਝਲਕ ਆਪਣੀਆਂ ਪਵਿੱਤਰ ਅੱਖਾਂ ਨਾਲ ਪਿਆਰ ਨਾਲ ਦੇਖ ਲਵੇਗਾ, ਉਸ ਦਾ ਜਨਮ ਸਫਲ ਹੋ ਜਾਵੇਗਾ। ਇੰਨੀ ਵੱਡੀ ਮਹਾਨਤਾ ਹੈ ਪਵਿੱਤਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ। ਪਰ ਬੜੇ ਦੁੱਖ ਨਾਲ ਲਿਖਣਾ ਪੈ ਰਿਹਾ ਹੈ ਕਿ ਮੌਜੂਦਾ ਸਿੱਖ ਸੰਗਤਾਂ 1430 ਪੰਨਿਆਂ ਵਾਲੇ ਮਹਾਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹ ਕੇ ਵੀ ਸਮੁੱਚਾ ਸਿੱਖ ਜਗਤ ਝੂਠ, ਹੇਰਾਫੇਰੀ, ਠੱਗੀ ਠੋਰੀ, ਬੇਈਮਾਨੀ, ਮਨ ਵਿੱਚ ਕਸ਼ਟ, ਕ੍ਰੋਧ, ਈਰਖਾ ਤੇ ਹੋਰ ਬਹੁਤ ਸਾਰੀਆਂ ਮਾਨਸਿਕ ਬੁਰਾਈਆਂ ਦੇ ਮਾਰਗ ਤੋਂ ਥੱਲੇ ਨਹੀਂ ਉਤਰ ਸਕਿਆ। ਸਿੱਖ ਜਗਤ ਵਿੱਚ ਅੱਜ ਵੀ ਬਹੁਤ ਬੁੱਧੀਜੀਵੀ ਕਥਾ ਕੀਰਤਨ ਕਰਨ ਵਾਲੇ ਪਾਏ ਜਾਂਦੇ ਹਨ ਤੇ ਹੋਰ ਬਹੁਤ ਉੱਚੀਆਂ ਧਾਰਮਿਕ ਸੰਸਥਾਵਾਂ ਉੱਪਰ ਬਿਰਾਜਮਾਨ ਸਿੱਖ ਆਗੂ ਸੰਬੋਧਨ ਕਰ ਰਹੇ ਹਨ। ਬਹੁਤ ਸਾਰੇ ਪੜ੍ਹੇ ਲਿਖੇ ਗਿਆਨੀ, ਧਿਆਨੀ, ਪ੍ਰਚਾਰਕ ਤੇ ਕਥਾਵਾਚਕ ਤੇ ਕੀਰਤਨੀਏ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਾਂ ਦਸਮ ਗ੍ਰੰਥ ਸਾਹਿਬ ਜੀ ਦੀ ਵਿਆਖਿਆ ਕਰਦੇ ਸਮੇਂ ਜੇਕਰ ਕੋਈ ਸਾਖੀ ਨਾਲ ਸੁਣਾ ਰਹੇ ਹਨ ਤਾਂ ਉਸ ਸਾਖੀ ਦਾ ਸਬੰਧ 12ਵੀਂ ਸਦੀ ਤੋਂ ਲੈ ਕਰ 17ਵੀਂ ਜਾਂ 18ਵੀਂ ਸਦੀ ਦੇ ਪਹਿਲੇ ਤਕਰੀਬਨ 20 ਸਾਲਾਂ ਤੱਕ ਦੇ ਸਮੇਂ ਨਾਲ ਸਬੰਧ ਹੁੰਦਾ ਹੈ। ਪੁਰਾਣੀਆਂ ਸਦੀਆਂ ਵਿੱਚ ਭਗਤ ਜਨ ਜਾਂ ਸਿੰਘ ਸੂਰਮੇ ਜਾਂ ਗੁਣੀ ਗਿਆਨੀ ਜਾਂ ਬ੍ਰਹਮ ਗਿਆਨੀਆਂ ਦਾ ਜ਼ਿਕਰ ਕਰ ਰਹੇ ਹਨ। ਉਹਨਾਂ ਸਦੀਆਂ ਦੀ ਤੁਲਨਾ ਅੱਜ ਅਸੀਂ 20ਵੀਂ ਜਾਂ 21ਵੀਂ ਸਦੀ ਨਾਲ ਕਰੀਏ ਤਾਂ ਜ਼ਮੀਨ ਅਸਮਾਨ ਜਿੰਨਾ ਫਰਕ ਨਜ਼ਰ ਆਉਂਦਾ ਹੈ।
18ਵੀਂ ਸਦੀ ਦੇ ਸ਼ੁਰੂ ਦੇ ਤਕਰੀਬਨ 20 ਸਾਲਾਂ ਤੋਂ ਬਾਅਦ ਤੋਂ ਲੈ ਕਰ ਅੱਜ ਤੱਕ 21ਵੀਂ ਸਦੀ ਦੇ ਤਕਰੀਬਨ 20 ਸਾਲ ਬੀਤ ਚੁੱਕੇ ਹਨ। ਇੰਨੇ ਲੰਬੇ ਸਮੇਂ ਵਿੱਚ ਸਿੱਖ ਇਤਿਹਾਸ ਵਿੱਚ 2-3 ਬ੍ਰਹਮ ਗਿਆਨੀਆਂ ਨੂੰ ਛੱਡ ਕੇ ਬਾਕੀ ਕੋਈ ਵੀ ਐਸਾ ਭਗਤ, ਗਿਆਨੀ, ਕਥਾ ਕੀਰਤਨ ਕਰਨ ਵਾਲੇ, ਕੋਈ ਜਥੇਦਾਰ ਜਾਂ ਪ੍ਰਬੰਧਕ ਕਮੇਟੀ ਦਾ ਕੋਈ ਮੈਂਬਰ ਜਾਂ ਕੋਈ ਪਰਮਾਤਮਾ ਨਾਲ ਜੁੜੀ ਹੋਈ ਹਸਤੀ ਜਿਸ ਦੀ ਇੰਨੀ ਵੱਡੀ ਉੱਚੀ ਸੁੱਚੀ ਸੋਚ ਹੋਵੇ ਜਾਂ ਜਿਸ ਨੇ ਦੁਨੀਆ ਦੀ ਮਾਇਆ ਤੋਂ ਨਿਜਾਤ ਪਾ ਲਈ ਹੋਵੇ, ਜਿਨ੍ਹਾਂ ਦੀਆਂ ਸਿੱਖਿਆਵਾਂ ਦਾ ਜ਼ਿਕਰ ਜਾਂ ਵਰਣਨ ਦੁਨਿਆਵੀ ਸਾਖੀਆਂ ਦੁਆਰਾ ਨਵੀਂ ਪੀੜ੍ਹੀ ਨੂੰ ਦੱਸੀਆਂ ਜਾਣ ਜਾਂ ਨਵੀਂ ਪੀੜ੍ਹੀ ਨੂੰ ਸੇਧ ਦਿੱਤੀ ਜਾਵੇ। ਇਸ ਚੀਜ਼ ਦਾ ਸਭ ਤੋਂ ਵੱਧ ਦੋਸ਼ੀ ਉਹਨਾਂ ਸਿੱਖ ਆਗੂਆਂ ਅਤੇ ਪ੍ਰਚਾਰਕਾਂ ਦੀਆਂ ਬਹੁਤ ਸਾਰੀਆਂ ਗਲਤੀਆਂ, ਕਮਜ਼ੋਰੀਆਂ ਅਤੇ ਬੇਹੱਦ ਕਮਜ਼ੋਰ ਮਾਨਸਿਕਤਾ ਕਰਕੇ ਨਾ ਆਪ ਤੇ ਨਾ ਹੀ ਬਾਕੀ ਸਿੱਖ ਕੌਮ ਨੂੰ ਇਸ ਦੁਨੀਆ ਦੀ ਮੋਹ ਮਾਇਆ ਤੋਂ ਬਾਹਰ ਕੱਢ ਸਕੇ। ਇਹਨਾਂ ਆਗੂਆਂ ਅਤੇ ਪ੍ਰਚਾਰਕਾਂ ਦੀ ਕਮਜ਼ੋਰ ਮਾਨਸਿਕਤਾ ਦਾ ਸਦਕਾ ਸਿੱਖ ਜਗਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਦੂਰ ਰੱਖਿਆ ਗਿਆ ਅਤੇ ਦੁਨੀਆ ਭਰ ਦੇ ਭੇਦ-ਭਾਵ ਤੇ ਵਹਿਮਾਂ ਭਰਮਾਂ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ 4-5 ਤਹਿਆਂ ਦੇ ਭਾਰੇ ਰੁਮਾਲਿਆਂ ਵਿੱਚ ਬੰਦ ਕਰਕੇ ਲਪੇਟ ਕਰ ਰੱਖਿਆ ਗਿਆ ਹੈ ਅਤੇ ਦੂਰੋਂ ਹੀ ਪੈਸੇ ਰੱਖ ਕੇ ਮੱਥਾ ਟੇਕਣ ਦੀ ਇਜਾਜ਼ਤ ਤੱਕ ਸੀਮਿਤ ਰੱਖਿਆ ਗਿਆ ਹੈ। ਜੇਕਰ ਸੰਗਤਾਂ ਪੈਸੇ ਨਾ ਰੱਖਣ, ਹੋ ਸਕਦਾ ਹੈ ਕਿ ਇਹੋ ਜਿਹੇ ਪ੍ਰਬੰਧਕ ਆਗੂ ਸਿੱਖ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਵੀ ਨਾ ਟੇਕਣ ਦੇਣ। ਇਹਨਾਂ ਸਿੱਖ ਆਗੂਆਂ ਦੀ ਜਾਂ ਪ੍ਰਬੰਧਕਾਂ ਦੀ ਮਾਨਸਿਕਤਾ ਦੀ ਗੱਲ ਕਰੀਏ ਕਿ ਜਦੋਂ ਸਿੱਖ ਸੰਗਤਾਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਖਲੋ ਕੇ ਗਲ ਵਿੱਚ ਜੋਦੜੀਆਂ, ਬੇਨਤੀਆਂ ਦਾ ਪੱਲਾ ਪਾ ਕਰ ਅਰਦਾਸ ਕਰਦੀਆਂ ਹਨ ਤਾਂ ਅਰਦਾਸ ਵਿੱਚ ਲਿਖਿਆ ਹੈ ਕਿ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ। ਇਸ ਦਾ ਮਤਲਬ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 10 ਗੁਰੂਆਂ ਦੀ ਜਿੰਦਾ ਦੇਹ ਹੈ। ਭਾਵ ਇਹ ਹੈ ਕਿ ਇਹ ਗੁਰੂਆਂ ਦਾ ਪਵਿੱਤਰ ਸਰੀਰ ਹੈ। ਐਸਾ ਪਵਿੱਤਰ ਸਰੀਰ ਹੈ ਜੋ ਕਦੇ ਮਰਦਾ ਨਹੀਂ ਹੈ ਅਤੇ ਨਾ ਹੀ ਕਦੇ ਮਰੇਗਾ। ਉਹ ਹਰ ਰੋਜ਼ ਇਸ ਦੁਨੀਆ ਵਿੱਚ ਵਰਤਮਾਨ ਵਿੱਚ ਵਰਤ ਰਿਹਾ ਹੈ ਅਤੇ ਆਪਣੀ ਅਦਭੁਤ ਰੋਸ਼ਨੀ ਨਾਲ ਦੁਨੀਆ ਵਿੱਚ ਚਾਨਣ ਕਰ ਰਿਹਾ ਹੈ। ਕਿਸ ਤਰ੍ਹਾਂ ਦਾ ਚਾਨਣ ਜਾਂ ਰੋਸ਼ਨੀ ਹੋ ਰਹੀ ਹੈ ਜਿਸ ਨੂੰ ਦੇਖਣ ਅਤੇ ਸਮਝਣ ਦੀ ਜ਼ਰੂਰਤ ਹੈ। ਹਰ ਇੱਕ ਨੂੰ ਆਪਣੀ ਬੁੱਧੀ ਤੋਂ ਕੰਮ ਲੈਣਾ ਪੈਣਾ ਹੈ। ਜੇਕਰ ਤੁਹਾਨੂੰ ਇਸ ਰੋਸ਼ਨੀ ਦੀ ਸਮਝ ਲੱਗ ਜਾਵੇ ਤਾਂ ਠੀਕ ਹੈ, ਨਹੀਂ ਤਾਂ ਸਿੱਖ ਆਗੂਆਂ ਜਾਂ ਪ੍ਰਬੰਧਕਾਂ ਵਾਂਗੂ ਰੋਸ਼ਨੀ ਦੀ ਸਮਝ ਹੋਣ ਦੇ ਬਾਵਜੂਦ ਹਨੇਰੇ ਦੀ ਮਾਇਆ ਨਗਰੀ ਵਿੱਚ ਆਪਣਾ ਜੀਵਨ ਬਤੀਤ ਕਰ ਰਹੇ ਹਨ। ਹਨੇਰੇ ਵਿੱਚ ਪੈਦਾ ਹੁੰਦੇ ਹਨ ਤੇ ਹਨੇਰੇ ਵਿੱਚ ਮਰ ਜਾਂਦੇ ਹਨ। ਇੱਕ ਸਾਖੀ ਛੋਟੀ ਜਿਹੀ ਜਿਹੜੀ ਇਹੋ ਜਿਹੇ ਸਿੱਖ ਆਗੂਆਂ ਤੇ ਪ੍ਰਬੰਧਕਾਂ ਤੇ ਹੋਰ ਬਹੁਤ ਸਾਰੇ ਸਿੱਖਾਂ ਦੀ ਹਾਲਤ ਦੀ ਵਿਆਖਿਆ ਕਰਦੀ ਹੈ। ਇੱਕ ਵਾਰੀ ਬੱਚਾ ਉੱਲੂ ਆਪਣੇ ਬੁੱਢੇ ਬਾਪ ਉੱਲੂ ਨੂੰ ਪੁੱਛਦਾ ਹੈ ਕਿ ਪਿਤਾ ਜੀ, ਆਪ ਦੀ ਪੂਰੀ ਉਮਰ ਨਿਕਲ ਗਈ ਹੈ, ਥੋੜੀ ਉਮਰ ਬਾਕੀ ਰਹਿ ਗਈ ਹੈ। ਸੁਣੀਦਾ ਹੈ ਇੱਕ ਸੂਰਜ ਨਾਮ ਦੀ ਕੋਈ ਵਸਤੂ ਹੈ। ਜਦੋਂ ਉਹ ਸਵੇਰ ਦੇ ਸਮੇਂ ਧਰਤੀ ਤੇ ਦਿਖਾਈ ਦਿੰਦਾ ਹੈ ਤਾਂ ਉਸ ਸਮੇਂ ਧਰਤੀ ਦੇ ਹਰ ਕੋਨੇ ਵਿੱਚ ਚਾਨਣ ਹੋ ਜਾਂਦਾ ਹੈ। ਅੱਗੋਂ ਬਾਪ ਉੱਲੂ ਬੋਲਿਆ ਕਿ ਸੁਣਿਆ ਤਾਂ ਮੈਂ ਵੀ ਹੈ ਬਹੁਤ ਵਾਰ, ਪਰ ਦੇਖਿਆ ਨਹੀਂ ਹੈ। ਦੇਖੇਗਾ ਵੀ ਕਿਸ ਤਰ੍ਹਾਂ, ਕਿਉਂਕਿ ਦਿਨ ਦੇ ਸਮੇਂ ਸੁੱਤਾ ਰਹਿੰਦਾ ਹੈ ਤੇ ਰਾਤ ਨੂੰ ਜਾਗਦਾ ਹੈ। ਉਸ ਦੇ ਭਾਣੇ ਸੂਰਜ ਰੋਜ਼ ਚੜ੍ਹੇ ਰੋਜ਼ ਡੁੱਬ ਜਾਵੇ, ਉਸ ਨੂੰ ਕੀ ਫਰਕ ਪੈਂਦਾ ਹੈ ਉਸ ਦੀ ਸਿਹਤ ਉੱਪਰ ਜਾਂ ਜੀਵਨ ਉੱਪਰ। ਉਸ ਨੇ ਤਾਂ ਦਿਨ ਵੇਲੇ ਸੌਣਾ ਹੀ ਹੈ। ਪਰਮਾਤਮਾ ਨੇ ਤਾਂ ਉੱਲੂ ਵਿਚਾਰੇ ਨੂੰ ਸੂਰਜ ਦੇਖਣ ਵਾਲੀਆਂ ਅੱਖਾਂ ਹੀ ਨਹੀਂ ਦਿੱਤੀਆਂ, ਜਿਸ ਨਾਲ ਪੂਰੀ ਆਜ਼ਾਦੀ ਨਾਲ ਅੱਖ ਖੋਲ ਕੇ ਸੂਰਜ ਦੀ ਰੋਸ਼ਨੀ ਨੂੰ ਦੇਖ ਸਕੇ। ਉਸ ਦੀ ਅੱਖਾਂ ਦੀ ਸ਼ਕਤੀ ਇੰਨੀ ਕਮਜ਼ੋਰ ਹੈ ਕਿ ਉਹ ਸੂਰਜ ਦੀ ਤੇਜ਼ ਅਤੇ ਚਮਕਦੀ ਰੋਸ਼ਨੀ ਨੂੰ ਦੇਖ ਹੀ ਨਹੀਂ ਸਕਦਾ। ਇਸ ਵਿੱਚ ਉੱਲੂ ਦਾ ਕੋਈ ਦੋਸ਼ ਨਹੀਂ ਹੈ, ਪਰ ਫਿਰ ਵੀ ਉਹ ਪਰਮਾਤਮਾ ਦੇ ਹੁਕਮ ਵਿੱਚ ਰਹਿੰਦਾ ਹੈ, ਨਾ ਦੋਸ਼ ਲਾਉਂਦਾ ਹੈ ਤੇ ਨਾ ਹੀ ਲੜਦਾ ਹੈ। ਮੈਂ ਉੱਲੂ ਦੀ ਸਾਖੀ ਇਸ ਕਰਕੇ ਲਿਖੀ ਹੈ ਕਿ ਸਾਖੀ ਵਿੱਚ ਉੱਲੂ ਵਿਚਾਰੇ ਦੀ ਮਜਬੂਰੀ ਹੋਣ ਕਰਕੇ ਸੂਰਜ ਦੀ ਰੋਸ਼ਨੀ ਨਹੀਂ ਦੇਖ ਸਕਦਾ। ਪਰ ਦੂਜੇ ਪਾਸੇ ਸਿੱਖ ਪ੍ਰਬੰਧਕ ਜਾਂ ਜਥੇਦਾਰ ਜਾਂ ਬਾਕੀ ਬਹੁਤ ਸਾਰੇ ਸਿੱਖ ਜਗਤ ਦੀ ਗੱਲ ਕਰ ਰਹੇ ਹਾਂ। ਇਹਨਾਂ ਸਾਰਿਆਂ ਦੀਆਂ ਅੱਖਾਂ ਦੀ ਕੋਈ ਕਮਜ਼ੋਰੀ ਜਾਂ ਮਜਬੂਰੀ ਨਹੀਂ ਹੈ। ਸਭ ਕੁਝ ਸਹੀ ਸਲਾਮਤ ਹੈ ਅਤੇ ਰੱਬ ਦੀ ਅਪਾਰ ਕਿਰਪਾ ਸਦਕਾ ਮਨੁੱਖ ਦੀਆਂ ਝੋਲੀਆਂ ਬਰਕਤਾਂ ਨਾਲ ਭਰੀਆਂ ਪਈਆਂ ਹਨ। ਕਿਸੇ ਕਿਸਮ ਦੀ ਕਮੀ ਪਰਮਾਤਮਾ ਨੇ ਨਹੀਂ ਰਹਿਣ ਦਿੱਤੀ, ਕਿਉਂਕਿ ਪਰਮਾਤਮਾ ਨੇ ਮਨੁੱਖ ਨੂੰ ਇਸ ਧਰਤੀ ਦਾ ਬਾਦਸ਼ਾਹ ਤੇ ਪਹਿਰੇਦਾਰ ਬਣਾ ਕੇ ਇਸ ਧਰਤੀ ਤੇ ਭੇਜਿਆ ਹੈ ਕਿ ਆਪ ਵੀ ਜਾਗਦਾ ਰਹੇ ਅਤੇ ਜੇਕਰ ਕੋਈ ਸੁੱਤਾ ਪਿਆ ਹੈ ਤਾਂ ਉਸ ਨੂੰ ਗਿਆਨ ਦੀ ਰੋਸ਼ਨੀ ਦੇ ਕਰ ਜਗਾਵੇ। ਪਰ ਜੇਕਰ ਮਨੁੱਖ ਆਪ ਹੀ ਉੱਲੂ ਦੀ ਭਾਂਤੀ ਸੁੱਤਾ ਪਿਆ ਹੈ ਤਾਂ ਕਿਸ ਤਰ੍ਹਾਂ ਜਗਾਵੇ?
ਸੁੱਤਾ ਹੋਇਆ ਕੋਈ ਕਿਸੇ ਦੂਜੇ ਨੂੰ ਕਿਵੇਂ ਜਗਾ ਸਕਦਾ ਹੈ? ਮੈਂ ਹੁਣੇ-ਹੁਣੇ ਇੱਕ ਬਹੁਤ ਮਹਾਨ ਵਿਅਕਤੀ ਦੇ ਬਚਨ ਸੁਣ ਰਿਹਾ ਸੀ ਤਾਂ ਉਹ ਕਹਿ ਰਹੇ ਸਨ ਕਿ ਇਸ ਬਹੁਤ ਹੀ ਸੁੰਦਰ ਧਰਤੀ ਉੱਪਰ ਅਰਬੋਂ ਖਰਬੋਂ ਮਨੁੱਖ ਹਨ, ਪਰ ਇਹਨਾਂ ਵਿੱਚੋਂ ਕੋਈ ਇੱਕ ਅੱਧ ਹੀ ਜਾਗਿਆ ਹੈ, ਨਹੀਂ ਤਾਂ ਸਭ ਸੁੱਤੇ ਹੀ ਹੋਏ ਹਨ। ਉਹਨਾਂ ਨੇ ਇੱਕ ਅੱਧ ਦੀ ਗੱਲ ਕੀਤੀ ਹੈ, ਮਤਲਬ ਕਿ ਮਨੁੱਖ ਪੂਰਾ ਜਾਗਿਆ ਹੋਇਆ ਨਹੀਂ ਹੈ। ਵੱਡੀ ਸੰਖਿਆ ਹੁੰਦੀ ਹੈ ਅਰਬੋਂ ਖਰਬੋਂ, ਤੇ ਫਿਰ ਆਪ ਹੀ ਅੰਦਾਜ਼ਾ ਲਗਾ ਲਵੋ ਕਿ ਸਿੱਖਾਂ ਦੀ ਗਿਣਤੀ ਕਿੰਨੀ ਵੱਡੀ ਹੈ। ਅਰਬੋਂ ਦੇ ਸਾਹਮਣੇ ਬਹੁਤ ਥੋੜੀ ਹੈ। ਇਹ ਹਾਲਾਤ ਮਨੁੱਖ ਨੇ ਆਪਣੀ ਬਣਾ ਲਈ ਹੈ। ਬਣੇਗੀ ਵੀ ਕਿਉਂ ਨਾ, ਕਿਉਂਕਿ ਮਨੁੱਖ ਉੱਲੂ ਦੀ ਭਾਂਤੀ ਬਣ ਗਿਆ ਹੈ। ਮਨੁੱਖ ਜਾਂ ਸਿੱਖ ਜਗਤ ਆਪਣੀ ਕਮਜ਼ੋਰ ਬੁੱਧੀ ਦੇ ਸਦਕਾ ਇੱਕ ਅਦਭੁਤ ਰੋਸ਼ਨੀ ਜਿਹੜੀ ਪਰਮਾਤਮਾ ਨੇ ਸਿੱਖ ਗੁਰੂਆਂ ਦੇ ਰਾਹੀਂ ਇਸ ਜਗਤ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਰੋਸ਼ਨਾਈ ਕੀਤੀ, ਸਿੱਖ ਜਗਤ ਨੇ ਇਸ ਅਦਭੁਤ ਰੋਸ਼ਨੀ ਨੂੰ 4-5 ਤਹਿਆਂ ਵਾਲੇ ਰੁਮਾਲਿਆਂ ਵਿੱਚ ਬੰਦ ਕਰਕੇ ਸਿੱਖ ਜਗਤ ਦੇ ਸਾਹਮਣੇ ਰੱਖ ਦਿੱਤਾ ਅਤੇ 8-10 ਗਜ ਦੀ ਦੂਰੀ ਤੋਂ ਹੀ ਮੱਥਾ ਟੇਕ ਕੇ ਪਿੱਛੇ ਹਟ ਜਾਓ, ਕੋਲ ਨਹੀਂ ਜਾ ਸਕਦੇ, ਲੋਕਾਂ ਦੇ ਮਨਾਂ ਵਿੱਚ ਬਹੁਤ ਵੱਡਾ ਵਹਿਮ ਭਰ ਦਿੱਤਾ। ਕਿਉਂਕਿ ਇਹਨਾਂ ਪ੍ਰਬੰਧਕਾਂ ਨੂੰ ਡਰ ਲੱਗਣ ਲੱਗ ਪਿਆ ਕਿ ਇਸੇ ਅਦਭੁਤ ਰੋਸ਼ਨੀ ਨਾਲ ਸਿੱਖ ਜਗਤ ਦੀਆਂ ਅੱਖਾਂ ਕਮਜ਼ੋਰ ਨਾ ਪੈ ਜਾਣ ਤੇ ਸਿੱਖ ਜਗਤ ਦੇ ਜੀਵਨ ਵਿੱਚ ਕਿਧਰੇ ਦਿਨ ਨਾ ਚੜ ਜਾਵੇ। ਇਹੋ ਜਿਹੇ ਸਿੱਖ ਆਗੂ ਜੋ ਮਹਾਨ ਤੇ ਪਵਿੱਤਰ ਇਤਿਹਾਸਕ ਗੁਰਦੁਆਰੇ ਤੇ ਬਾਕੀ ਬਹੁਤ ਸਾਰੇ ਕਸਬਿਆਂ, ਸ਼ਹਿਰਾਂ, ਪਿੰਡਾਂ ਜਾਂ ਬਾਹਰਲੇ ਦੇਸ਼ਾਂ ਵਿੱਚ ਬਣੇ ਹੋਏ ਅਣਗਿਣਤ ਗੁਰਦੁਆਰਿਆਂ ਦੀ ਦੇਖ-ਰੇਖ ਕਰ ਰਹੇ ਹਨ। ਅਨੇਕਾਂ ਪ੍ਰਬੰਧਕਾਂ ਜਾਂ ਜਥੇਦਾਰ ਜਾਂ ਗਿਆਨੀ ਧਿਆਨੀ ਜਿਨ੍ਹਾਂ ਨੇ ਗੁਰੂ ਜੀ ਦਾ ਅੰਮ੍ਰਿਤ ਛਕਿਆ ਹੈ ਤੇ ਪੂਰੇ ਗੁਰਸਿੱਖ ਸੱਜ ਕੇ ਪੈਰਵਾਈ ਕਰ ਰਹੇ ਹਨ। ਪਹਿਰਾਵੇ ਤੋਂ ਵੀ 4 ਚੰਨ ਲਾ ਲਏ ਹਨ, ਪਰ ਗੁਰੂ ਜੀ ਦਾ ਉਪਦੇਸ਼ ਜਾਂ ਅੰਮ੍ਰਿਤ ਪਾਨ ਦਾ ਕੀ ਮਤਲਬ ਹੈ, ਉਸ ਨੂੰ ਆਪਣੇ ਸਰੀਰ ਤੇ ਨਹੀਂ ਅਪਣਾਇਆ। ਬਾਹਰਲੇ ਪਹਿਰਾਵੇ ਵੱਲੋਂ ਬਹੁਤ ਬੁੱਧੀਵਾਨ ਤੇ ਗਿਆਨਵਾਨ ਦਿਖਾਈ ਦਿੰਦੇ ਹਨ, ਪਰ ਅੰਦਰਲੀ ਅਵਸਥਾ ਪਹਿਲਾਂ ਨਾਲੋਂ ਵੀ ਕ੍ਰੋਧਤਾ ਤੇ ਹੰਕਾਰੀਆਂ ਵਾਲੀ ਬਣ ਗਈ ਹੈ। ਅੰਮ੍ਰਿਤ ਛਕਣ ਜਾਂ ਬਾਹਰਲੇ ਪਹਿਰਾਵੇ ਨਾਲ ਅੰਦਰਲੀ ਅਵਸਥਾ ਨਹੀਂ ਬਦਲ ਜਾਂਦੀ। ਅੰਮ੍ਰਿਤ ਛਕਣ ਜਾਂ ਬਾਹਰਲੇ ਪਹਿਰਾਵੇ ਨੂੰ ਧਾਰਨ ਕਰਨ ਤੋਂ ਪਹਿਲਾਂ ਇਹਨਾਂ ਆਗੂਆਂ ਨੂੰ ਚਾਹੀਦਾ ਸੀ ਕਿ ਪਹਿਲਾਂ ਅੰਦਰਲੀ ਅਵਸਥਾ ਠੀਕ ਕਰ ਲੈਂਦੇ ਤਾਂ ਹੋ ਸਕਦਾ ਸੀ ਕਿ ਬਾਹਰਲੇ ਪਹਿਰਾਵੇ ਦੀ ਜ਼ਰੂਰਤ ਹੀ ਨਹੀਂ ਪੈਂਦੀ। ਇੱਕ ਛੋਟੀ ਜਿਹੀ ਸਾਖੀ ਲਿਖ ਰਿਹਾ ਹਾਂ ਜਿਸ ਤੋਂ ਅੰਦਰਲੀ ਤੇ ਬਾਹਰਲੀ ਅਵਸਥਾ ਦਾ ਖੁਲਾਸਾ ਹੋ ਜਾਂਦਾ ਹੈ। ਇੱਕ ਵਾਰੀ ਭਗਤ ਰਵਿਦਾਸ ਜੀ ਕੋਲ ਕੋਈ ਆਦਮੀ ਆਇਆ ਤੇ ਕਹਿਣ ਲੱਗਾ ਕਿ ਭਗਤ ਜੀ ਮੈਨੂੰ ਨਾਮ ਦੀ ਬਖਸ਼ਿਸ਼ ਦੇ ਦਿਓ। ਆਪ ਸਭ ਜਾਣਦੇ ਹੋ ਕਿ ਭਗਤ ਰਵਿਦਾਸ ਜੀ ਜਾਤ ਦੇ ਚਮਿਆਰ ਹੋਣ ਕਰਕੇ ਜੁੱਤੀਆਂ ਗੰਢਣ ਦਾ ਕੰਮ ਧੰਦਾ ਕਰਿਆ ਕਰਦੇ ਸਨ। ਰਵਿਦਾਸ ਜੀ ਉਸ ਆਦਮੀ ਨੂੰ ਕਹਿੰਦੇ ਕਿ ਮੈਂ ਤੈਨੂੰ ਨਾਮ ਦੀ ਬਖਸ਼ਿਸ਼ ਨਹੀਂ ਦੇ ਸਕਦਾ। ਤਾਂ ਅੱਗੋਂ ਆਦਮੀ ਬੋਲਿਆ, ਕਿਉਂ ਨਹੀਂ ਦੇ ਸਕਦੇ? ਤਾਂ ਅੱਗੋਂ ਭਗਤ ਜੀ ਕਹਿਣ ਲੱਗੇ ਕਿ ਅਜੇ ਤੂੰ ਨਾਮ ਲੈਣ ਦੇ ਕਾਬਲ ਨਹੀਂ ਹੈ, ਇਸ ਕਰਕੇ ਮੈਂ ਤੈਨੂੰ ਨਾਮ ਦੀ ਬਖਸ਼ਿਸ਼ ਨਹੀਂ ਦੇ ਸਕਦਾ। ਪਰ ਉਹ ਆਦਮੀ ਜਿੱਦ ਕਰਨ ਲੱਗ ਪਿਆ ਕਿ ਮੈਨੂੰ ਜ਼ਰੂਰ ਨਾਮ ਦਿਓ। ਤਾਂ ਭਗਤ ਜੀ ਕਹਿਣ ਲੱਗੇ, ਠੀਕ ਹੈ, ਮੈਂ ਤੈਨੂੰ ਨਾਮ ਦੀ ਬਖਸ਼ਿਸ਼ ਦੇ ਦੇਵਾਂਗਾ, ਪਹਿਲਾਂ ਤੂੰ ਆਪਣੇ ਘਰੋਂ 1 ਕਟੋਰਾ ਦੁੱਧ ਦਾ ਲੈ ਕਰ ਆ ਜਾ, ਫਿਰ ਮੈਂ ਤੈਨੂੰ ਨਾਮ ਦੀ ਬਖਸ਼ਿਸ਼ ਦੇ ਦੇਵਾਂਗਾ। ਉਹ ਆਦਮੀ ਖੁਸ਼ੀ-ਖੁਸ਼ੀ ਵਿੱਚ ਭੱਜ ਕੇ ਆਪਣੇ ਘਰ ਗਿਆ ਅਤੇ 1 ਕਟੋਰਾ ਦੁੱਧ ਦਾ ਭਰ ਕੇ ਲੈ ਆਇਆ। ਆਕਰ ਕਹਿਣ ਲੱਗਾ ਕਿ ਭਗਤ ਜੀ, ਮੈਂ ਤੁਹਾਡੇ ਵਾਸਤੇ ਦੁੱਧ ਲੈ ਆਇਆ ਹਾਂ, ਹੁਣ ਤੁਸੀਂ ਮੈਨੂੰ ਜਲਦੀ ਨਾਮ ਦੀ ਬਖਸ਼ਿਸ਼ ਦੇ ਦਿਓ। ਤਾਂ ਭਗਤ ਜੀ ਨੇ ਇੱਕ ਭਾਂਡਾ ਜਿਸ ਵਿੱਚ ਜੁੱਤੀਆਂ ਗੰਢਣ ਸਮੇਂ ਪੁਰਾਣੀਆਂ ਜੁੱਤੀਆਂ ਨੂੰ ਗਿੱਲਾ ਕਰਨ ਵਾਸਤੇ ਜਾਂ ਪਾਣੀ ਨਾਲ ਭਿਉਣ ਵਾਸਤੇ ਵਰਤਦੇ ਸਨ ਅਤੇ ਜਿਸ ਵਿੱਚ ਬਹੁਤ ਗੰਦਾ ਪਾਣੀ ਪਿਆ ਸੀ, ਉਸ ਦੇ ਅੱਗੇ ਕਰ ਦਿੱਤਾ ਤੇ ਕਹਿੰਦੇ ਕਿ ਇਸ ਭਾਂਡੇ ਵਿੱਚ ਦੁੱਧ ਪਾ ਦਿਓ। ਤਾਂ ਅੱਗੋਂ ਬੜੇ ਗੁੱਸੇ ਕ੍ਰੋਧ ਨਾਲ ਉਹ ਆਦਮੀ ਬੋਲਿਆ ਕਿ ਭਗਤ ਜੀ, ਆਪ ਦਾ ਦਿਮਾਗ ਤੇ ਖਰਾਬ ਨਹੀਂ? ਇਸ ਦੁੱਧ ਨੂੰ ਗੰਦੇ ਭਾਂਡੇ ਵਿੱਚ ਪਵਾ ਰਹੇ ਹੋ, ਮੈਂ ਇਸ ਭਾਂਡੇ ਵਿੱਚ ਦੁੱਧ ਨਹੀਂ ਪਾਵਾਂਗਾ। ਤਾਂ ਭਗਤ ਜੀ ਅੱਗੋਂ ਬੋਲੇ, ਜੇਕਰ ਤੂੰ ਇਸ ਗੰਦੇ ਭਾਂਡੇ ਵਿੱਚ ਦੁੱਧ ਨਹੀਂ ਪਾ ਰਿਹਾ ਕਿਉਂਕਿ ਇਸ ਵਿੱਚ ਜੁੱਤੀਆਂ ਦੀ ਗੰਦੀ ਮੈਲ ਜੰਮੀ ਹੋਈ ਹੈ, ਤਾਂ ਫਿਰ ਤੂੰ ਇਹ ਦੱਸ ਕਿ ਦੁੱਧ ਨਾਲੋਂ ਪਵਿੱਤਰ ਨਾਮ ਦੀ ਬਖਸ਼ਿਸ਼ ਮੈਂ ਕਿਸ ਤਰ੍ਹਾਂ ਤੈਨੂੰ ਦੇ ਦੇਵਾਂ। ਅਗਲੀ ਕਿਸ਼ਤ ਦਾ ਇੰਤਜ਼ਾਰ ਕਰਨਾ ਜੀ। ਸਾਰਿਆਂ ਨੂੰ ਸਤਿ ਸ੍ਰੀ ਅਕਾਲ।